गुड मॉर्निंग गाइस। फिजिक्स स्टार्ट करते हैं बेटा। ਆਪਾਂ ਜਿਹੜੀ ਸੈਕੰਡ ਯੂਨਿਟ ਆ ਉਹ ਪਹਿਲਾਂ ਕਰ ਚੁੱਕੇ ਆ। ਸੈਕੰਡ ਯੂਨਿਟ ਦੇ ਵਿੱਚ 2 ਚੈਪਟਰ ਸੀ ਆਪਣੇ, ਉਹ ਚੈਪਟਰ ਕੰਪਲੀਟ ਹੋ ਚੁੱਕੇ ਆ। ਹੁਣ ਆਪਾਂ ਫਸਟ ਯੂਨਿਟ ਸਟਾਰਟ ਕਰਦੇ ਆ। ਫਸਟ ਯੂਨਿਟ ਦੇ ਵਿੱਚ ਫਸਟ ਚੈਪਟਰ ਹੈ, ਉਸ ਚੈਪਟਰ ਦਾ ਨਾਮ ਹੈ ਕੂਲਮਸ ਲਾਅ। ਇਸ ਚੈਪਟਰ ਦੇ ਵਿੱਚ ਬੇਟਾ ਆਪਣੇ ਕੋਲੇ ਪਹਿਲੇ 10 ਜਿਹੜੇ ਟੌਪਿਕ ਨੇ 1.10 ਤੱਕ ਉਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈਗੇ। ਸਿਲੇਬਸ ਦੇ ਵਿੱਚ ਇਨ ਦਾ ਸੈਂਸ ਇਹ ਕਹਿ ਸਕਦੇ ਹਾਂ ਕਿ ਬਹੁਤ ਹੀ ਬੇਸਿਕ ਜੇ ਟੌਪਿਕ ਹੈ, ਕੁਝ ਵੀ ਨਹੀਂ ਹੈ ਉਹਨਾਂ 'ਚ। ਜਸਟ ਇੰਨਾ ਹੀ ਦੱਸਿਆ ਹੋਇਆ ਕਿ ਚਾਰਜ ਕੀ ਹੁੰਦਾ, ਪੋਜ਼ੀਟਿਵ ਚਾਰਜ ਹੁੰਦਾ, ਨੈਗੇਟਿਵ ਚਾਰਜ ਹੁੰਦਾ। ਇਹਦੇ ਬੇਸ 'ਤੇ ਆਪਾਂ ਨੂੰ ਕੋਈ ਕੁਐਸਚਨ ਨਹੀਂ ਆਉਣਾ। ਆਪਣਾ ਸਿਲੇਬਸ ਹੈ ਜਿਹੜਾ ਉਹ 1.11 ਤੋਂ ਸਟਾਰਟ ਹੁੰਦਾ ਹੈ। ਅਤੇ ਪਿਛਲੇ ਟੌਪਿਕਸ ਦੇ ਵਿੱਚ ਜੋ ਇੱਕ ਕੰਮ ਦਾ ਟੌਪਿਕ ਹੈ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈ, ਉਹ ਵੈਸੇ ਆਪਾਂ ਪਹਿਲਾਂ ਵੀ ਕਵਰ ਕੀਤਾ ਹੋਇਆ, ਇੱਕ ਵਾਰ ਦੁਬਾਰਾ ਫਿਰ ਰਿਵਾਈਜ਼ ਕਰ ਲਓ। ਦੈਟ ਇਜ਼ ਕੁਆਂਟਾਈਜੇਸ਼ਨ ਆਫ ਚਾਰਜ। ਕੁਆਂਟਾਈਜੇਸ਼ਨ, ਕੁਆਂਟਿਟੀ ਮੀਨਸ ਟੂ ਸੇ ਅਮਾਊਂਟ, ਮਾਤਰਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਚਾਰਜ ਆ ਜਿਹੜਾ ਕੁਆਂਟਾਈਜ਼ਡ ਹੁੰਦਾ। ਆ ਆਪਣੇ ਕੋਲੇ ਕੋਈ ਸਿਸਟਮ, ਇੱਕ ਚਾਰਜ ਪਾਰਟੀਕਲ ਦੇ ਚਾਰਜ ਕਿੰਨਾ ਹੁੰਦਾ 1.6 ਇੰਟੂ 10 ਦੀ ਪਾਵਰ -19 ਕੂਲਮ। ਇੱਕ ਇਲੈਕਟ੍ਰੋਨ ਤੇ ਜਾਂ ਪ੍ਰੋਟੋਨ ਤੇ ਇੰਨਾ ਚਾਰਜ ਹੁੰਦਾ। ਸਪੋਜ਼ ਇਸ ਬਾਕਸ ਦੇ ਅੰਦਰ 10 ਇਲੈਕਟ੍ਰੋਨਸ ਨੇ, ਤਾਂ ਇਸ ਬਾਕਸ ਦੇ ਅੰਦਰ ਟੋਟਲ ਚਾਰਜ ਕਿੰਨਾ ਹੋ ਗਿਆ 10 ਇੰਟੂ ਚਾਰਜ ਅਪੋਨ 1 ਇਲੈਕਟ੍ਰੋਨ। ਦੈਟ ਮੀਨਸ ਟੂ ਸੇ ਚਾਰਜ ਕੁਆਂਟਾਈਜ਼ਡ ਹੋ ਗਿਆ। ਜੇ ਇਹਦੇ ਉੱਤੇ ਵਿੱਚ 10 ਦੀ ਜਗ੍ਹਾ 'ਤੇ 15 ਇਲੈਕਟ੍ਰੋਨਸ ਹੋਏ ਤਾਂ ਚਾਰਜ ਉਨਾ ਵੱਧ ਜੂਗਾ। ਮਤਲਬ ਚਾਰਜ ਦੀ ਅਮਾਊਂਟ ਬੇਟਾ ਵੱਧ ਘੱਟ ਸਕਦੀ ਹੈ। ਚਾਰਜ ਕੁਆਂਟਾਈਜ਼ਡ ਹੁੰਦਾ ਕਿ ਚਾਰਜ ਦੀ ਕੁਝ ਕੁਆਂਟਿਟੀ ਹੁੰਦੀ ਹੈ। ਚਾਰਜ ਦੀ ਕੁਆਂਟਿਟੀ ਡਿਪੈਂਡ ਕਰਦੀ ਹੈ ਨੰਬਰ ਆਫ ਇਲੈਕਟ੍ਰੋਨਸ 'ਤੇ। ਕਲੀਅਰ ਆ ਕਿ ਚਾਰਜ ਜਿਹੜਾ ਕੁਆਂਟਾਈਜ਼ਡ ਹੁੰਦਾ Q is equal to plus minus NE. N means to say number of electrons. E stands for charge. Plus minus क्यों पाया बेटा? Plus जिहड़ा charge हुंदा that is on protons. And negative charge is carried by electrons. That is your topic, quantization of charge. ਹੁਣ ਆਪਣਾ ਮੇਨ ਚਾਰਜ ਦੀਆਂ ਪ੍ਰੋਪਰਟੀਜ਼ ਹੁੰਦੀਆਂ। ਇਹ ਚੀਜ਼ ਜਨਰਲੀ ਤੁਹਾਨੂੰ ਸਭ ਨੂੰ ਕਲੀਅਰ ਹੋਏਗੀ ਕਿ ਸੇਮ ਚਾਰਜ ਇੱਕ ਦੂਜੇ ਨੂੰ ਰਿਪੈਲ ਕਰਦੇ ਆ। ਲਾਈਕ ਪੋਜ਼ੀਟਿਵ ਤੇ ਪੋਜ਼ੀਟਿਵ, ਨੈਗੇਟਿਵ ਤੇ ਨੈਗੇਟਿਵ, ਇਹ ਇੱਕ ਦੂਜੇ ਨੂੰ ਰਿਪੈਲ ਕਰਨਗੇ, ਮਤਲਬ ਪਰੇ ਵੱਲ ਧੱਕਣਗੇ। ਜੇ ਇਹੀ ਬੇਟਾ ਆਪੋਜ਼ਿਟ ਚਾਰਜ ਹੋਣ, ਦੇ ਆਲਵੇਜ਼ ਅਟਰੈਕਟ ਈਚ ਅਦਰ। ਸੇਮ ਚਾਰਜਸ ਰਿਪੈਲ ਈਚ ਅਦਰ ਐਂਡ ਆਪੋਜ਼ਿਟ ਚਾਰਜ ਆਲਵੇਜ਼ ਅਟਰੈਕਟ ਈਚ ਅਦਰ। अपना मेन टॉपिक स्टार्ट करते हैं 1.11 टॉपिक, दैट इज कूलम्स लॉ। कूलम्स लॉ इन इलैक्ट्रोस्टैटिक। कूलम्स लॉ इन इलैक्ट्रोस्टैटिक ਇਹਦੇ ਵਿੱਚ ਕੀ ਹੈ ਦੇਖੋ, ਤੁਹਾਡੇ ਕੋਲੇ ਕੋਈ ਵੀ ਦੋ ਚਾਰਜ ਨੇ Q1 ਐਂਡ Q2। ਇਹਨਾਂ ਦੇ ਵਿਚਾਲੇ ਡਿਸਟੈਂਸ ਆਪਣੇ ਕੋਲੇ r ਹੈ। ਦੋ ਚਾਰਜ ਨੇ, ਦੋਨਾਂ ਦੇ ਵਿਚਾਲੇ ਡਿਸਟੈਂਸ ਆਪਣੇ ਕੋਲੇ r ਹੈ। ਦੇਖੋ ਬੇਟਾ, ਜੇ ਆਪਾਂ ਨੂੰ ਨਹੀਂ ਪਤਾ ਇਹ ਪੋਜ਼ਿਟਿਵ ਨੇ ਕਿ ਨੈਗੇਟਿਵ ਨੇ, ਇਹ ਦੋ ਚਾਰਜ ਜਾਂ ਤਾਂ ਇੱਕ ਦੂਜੇ ਨੂੰ ਅਟਰੈਕਟ ਕਰਨਗੇ ਜਾਂ ਰਿਪੈਲ ਕਰਨਗੇ। ਡਿਪੈਂਡ ਕਰਦਾ ਕਿ ਉਹ ਚਾਰਜ ਕਿਸ ਤਰੀਕੇ ਦੇ ਨੇ, ਕਿ ਜੇ ਤਾਂ ਸਿਮਿਲਰ ਚਾਰਜ ਨੇ ਫਿਰ ਤਾਂ ਰਿਪੈਲ ਕਰਨਗੇ, ਜੇ ਆਪੋਜ਼ਿਟ ਚਾਰਜ ਨੇ ਫਿਰ ਅਟਰੈਕਟ ਕਰਨਗੇ। ਆਪਣਾ ਕੰਮ ਇਹ ਫਾਈਂਡ ਕਰਨਾ ਨਹੀਂ ਹੈਗਾ ਕਿ ਸਿਮਿਲਰ ਨੇ ਜਾਂ ਆਪੋਜ਼ਿਟ ਨੇ, ਕਿ ਅਟਰੈਕਟ ਕਰਨਗੇ ਜਾਂ ਰਿਪੈਲ ਕਰਨਗੇ। ਕੂਲਮ ਲਾ ਦਾ ਕੰਮ ਕੀ ਹੈ? ਕੂਲਮ ਲਾ ਦਾ ਕੰਮ ਉਹ ਫੋਰਸ ਫਾਈਂਡ ਕਰਨਾ ਜਿਹੜੀ ਫੋਰਸ ਨਾਲ ਉਹ ਅਟਰੈਕਟ ਜਾਂ ਰਿਪੈਲ ਕਰਨਗੇ। ਕਲੀਅਰ ਹੈ? 2 point charges attract or repel each other with a force. ਕੂਲਮ ਲਾ ਕੀ ਫਾਈਂਡ ਕਰਦਾ? ਕੂਲਮ ਲਾ ਉਹ ਫੋਰਸ ਫਾਈਂਡ ਕਰਦਾ ਜਿਹੜੀ ਫੋਰਸ ਨਾਲ ਚਾਰਜ ਪਾਰਟੀਕਲ ਇੱਕ ਦੂਜੇ ਨੂੰ ਅਟਰੈਕਟ ਔਰ ਰਿਪੈਲ ਕਰਦੇ। ਦੇਖੋ ਇਹ ਫੋਰਸ ਕਿਹਦੇ ਤੇ ਡਿਪੈਂਡ ਕਰਦੀ ਆ। ਜਿੰਨਾ ਜ਼ਿਆਦਾ ਚਾਰਜ ਹੋਏਗਾ ਉਨੀ ਜ਼ਿਆਦਾ ਫੋਰਸ ਲੱਗੇਗੀ। ਫੋਰਸ ਡਿਪੈਂਡਸ ਅਪॉन ਅਟਰੈਕਟਿਵ ਔਰ ਰਿਪਲਸਿਵ, ਡਿਪੈਂਡਸ ਅਪॉन ਟਾਈਪ ਆਫ ਚਾਰਜ। ਆਪਾਂ ਉਹਦੀ ਗੱਲ ਨਹੀਂ ਕਰ ਰਹੇ। ਜਿੰਨਾ ਜ਼ਿਆਦਾ ਚਾਰਜ ਹੋਏਗਾ ਉਨੀ ਜ਼ਿਆਦਾ ਫੋਰਸ ਲੱਗੇਗੀ। ਕਲੀਅਰ ਹੈ? ਐਂਡ ਇਨਵਰਸਲੀ ਪ੍ਰਪੋਰਸ਼ਨਲ ਟੂ ਸਕੁਅਰ ਆਫ ਡਿਸਟੈਂਸ। ਦੇਖੋ ਚਾਰਜ ਪਾਰਟੀਕਲ ਜਿੰਨੇ ਦੂਰ ਪਏ ਹੋਣਗੇ, ਜਿੰਨੇ ਬੇਟਾ ਇਹ ਚਾਰਜ ਪਾਰਟੀਕਲ ਨੇ ਨਾ, ਜਿਹੜੇ ਆ ਚਾਰਜ ਪਾਰਟੀਕਲ ਨੇ, ਜਿੰਨੇ ਇੱਕ ਦੂਜੇ ਤੋਂ ਦੂਰ ਪਏ ਹੋਣਗੇ ਉਨਾ ਹੀ ਅਟਰੈਕਟ ਜਾਂ ਰਿਪੈਲ ਘੱਟ ਕਰਨਗੇ। ਜਿੰਨਾ ਇੱਕ ਦੂਜੇ ਦੇ ਕਲੋਜ਼ ਪਏ ਹੋਣਗੇ ਉਨੀ ਉਹਨਾਂ 'ਚ ਅਟਰੈਕਸ਼ਨ ਜਾਂ ਰਿਪਲਸ਼ਨ ਜ਼ਿਆਦਾ ਹੋਏਗੀ।
क्लीयर आ कि जिहड़ी फोर्स आ वो डिपेंड करती है कि चार्ज किन्ने क्लोज ने जां किन्ने दूर पे आ। समझ लगी इस चीज़ का मतलब की है कि चार्ज देखो इनवर्सली प्रोपोर्शनल का मतलब की है जो डिस्टेंस वध रहा मतलब आ चीज़ वध रही है आ वाली चीज़ डिस्टेंस वध रहा तो फोर्स घट रही है जे आर घट रही है मतलब कि दोनों के विचाले डिस्टेंस बहुत घट आ जे आर घट रही है तो फोर्स ज़्यादा लगूगी। इन्हों कंबाइन कर दो एफ प्रोपोर्शनल टू Q1 Q2 अपॉन आर स्केयर। वैसे जनरली आपां इनू हटा के के कॉन्सटेंट लगा दें Q1 Q2 अपॉन आर स्केयर। इत्थे देखो आपां इत्थे के दी वैल्यू किहदे इक्वल हुंदी है बेटा 1 अपॉन 4 पाई एप्सिलॉन नॉट। ये वाला एक्सप्रैशन यूज करांगे आपां 1 अपॉन 4 पाई एप्सिलॉन नॉट। ये कॉन्सटेंट दी वैल्यू है के कॉन्सटेंट दी वैल्यू क्लीयर है। इस के कॉन्सटेंट की वैल्यू ये भी होंगी है 9 इंटू 10 की पावर 9। के कॉन्सटेंट ये इक्वल होंगे देखो 1 क्लीयर है 4 क्लीयर है पाई क्लीयर है बेटा नवी टर्म आई है एप्सिलॉन नॉट। दोबारा एक बार फिर एक्सप्रैशन लिख लें। मैं थोड़ा दसिया कि के दी इन्नी वैल्यू होंगी है न्यूमेरिक वैल्यू। एप्सिलॉन नॉट की है इत्थे बेटा तुहाडे कोले एप्सिलॉन नॉट है एब्सोल्यूट परमिटिविटी है की चीज़ है। इस एप्सिलॉन नॉट की वैल्यू होंगी है 8.85 इंटू 10 रेज टू पावर -12। क्लीयर है 8.85 इंटू 10 रेज टू पावर -12। एप्सिलॉन नॉट है की इन्ना चार्ज पार्टिकल्स के विचाले जो भी मीडियम पिया वो मीडियम इस फोर्स नू लिटल बिट इफेक्ट करेगा दैट इज एप्सिलॉन नॉट। एप्सिलॉन नॉट कादे करके आया इन्ना चार्ज पार्टिकल दे विचले मीडियम दे करके आया एप्सिलॉन नॉट दैट इज एब्सोल्यूट परमिटिविटी एप्सिलॉन नॉट। जे बेटा इत्थे तुसी देखो आपां के नू आही चीज़ पुट की है पहला आपां के कॉन्सटेंट लिखिया सी फिर आपां के दी जगह ते वैल्यू पुट की पाई 3.14 है एप्सिलॉन नॉट 8.85 इंटू 10 रेज टू पावर -12 सॉल्व करोगे तो के दी वैल्यू आएगी 9 इंटू 10 की पावर 9। सारे किते हुण आपां ये एक्सप्रैशन यूज करांगे एफ इज इक्वल टू 1 अपॉन 4 पाई एप्सिलॉन नॉट Q1 Q2 अपॉन आर स्केयर। क्लीयर है। अगला तुहाडा 1.12 टॉपिक है बेटा यूनिट ऑफ चार्ज। पेपर दे विच क्वेश्चन आ जाता डिफाइन यूनिट ऑफ चार्ज। ओके देखो ये है की चीज़ आ जिहड़ी बेटा आह चीज़ है ना वैक्यूम वैक्यूम वो जगह होंगी है जिथे हवा भी प्रेजेंट नहीं होंगी मीनस टू से जिथे कुछ भी प्रेजेंट नहीं होंदा। एप्सिलॉन नॉट एब्सोल्यूट परमिटिविटी उस जगह दी आ जदों दो चार्ज पार्टिकल दे विचाले वैक्यूम आ। वैक्यूम मतलब दो चार्ज पार्टिकल दे विचाले हवा भी प्रेजेंट नहीं हैगी। वैक्यूम दे विच जिहड़ा वैक्यूम चार्ज पार्टिकल दी फोर्स नू इफेक्ट करदा दैट इज एप्सिलॉन नॉट एब्सोल्यूट परमिटिविटी। जे आपां इन्हां चार्ज पार्टिकल दे विचाले कुछ मीडियम ला दांगे उहदे लई आपां एप्सिलॉन नॉट नहीं यूज़ करांगे वो आपां अगे डिस्कस करांगे कि जदों दो चार्ज पार्टिकल दे विचाले कुछ मीडियम आ जाऊगा फिर आपां एप्सिलॉन नॉट की जगह ते की लिखांगे। फिलहाल अपने को यूनिट ऑफ चार्ज टॉपिक है आ चीज़ है 1/4 पाई एप्सिलॉन नॉट सारी टर्म्स पुट करके आपां ए वैल्यू कड्डी है। क्लीयर है। यूनिट ऑफ चार्ज यूनिट मतलब 1 देखो चार्ज 1 कदों होएगा इनू आप डिफाइन करते हैं कि चार्ज 1 क्यों होगा जदों जे राजे Q1 ते Q2 देखो Q1 ते Q2 आपस दे विच इक्वल हो Q1 Q2 ते इक्को जिहा चार्ज होवे Q जिहड़ी आह फोर्स है ना ये आप इफ लैके चल रहे कि जे आ चीज़ होवे हुंदी नहीं ये चीज़ वो कहते जे जिहड़ी फोर्स आ 9 इंटू 10 की पावर 9 होवे
ਤੇ ਇਹਨਾਂ ਜਿਹੜੇ ਦੋ ਚਾਰਜ ਪਾਰਟੀਕਲ ਦੇ ਵਿਚਾਲੇ ਆਪਾਂ ਆਰ ਡਿਸਟੈਂਸ ਲੈਂਦੇ ਆ ਨਾ, ਆਰ ਆ ਜਿਹੜੀ ਉਹ 1 ਮੀਟਰ ਹੋਵੇ। ਆ ਜਿਹੜੀਆਂ ਆਪਾਂ ਸਾਰੀਆਂ ਕੰਡੀਸ਼ਨ ਸਪੋਜ਼ ਕੀਤੀਆਂ ਨਾ, ਇੱਥੇ ਪੁੱਟ ਕਰ ਦਿਓ। ਦੱਸੂਗੀ ਬਾਅਦ 'ਚ ਕਿ ਆਪਾਂ ਸਪੋਜ਼ ਕਿਉਂ ਕੀਤੀਆਂ। ਐਫ ਦੀ ਜਗ੍ਹਾ ਤੇ ਆਪਾਂ 9 × 10 ਦੀ ਪਾਵਰ 9, ਆ ਤਾਂ ਇਕੁਅਲ ਟੂ ਰਾਜੇ ਐਜ਼ ਇਟ ਇਜ਼ 9 × 10 ਦੀ ਪਾਵਰ 9 ਹੈ। ਕਿਊ × ਕਿਊ डिस्टेंस आप 1 मीटर स्केयर ले लिया। आ चीज़ इधर मल्टीप्लाई च पई है, इधर आके दे डिवाइड हो जाएगी। 9 × 10 की पावर 9 डिवाइड बाय 9 × 10 की पावर 9 इज इक्वल टू क्यू स्केयर। क्यू स्केयर इज इक्वल टू 1, क्यू इज इक्वल टू +1। चार्ज नूं की बनाता 1। आपां बेटा यही चीज़ लेनी सी, डिफाइन यूनिट ऑफ चार्ज। चार्ज नूं 1 बनाउण दे लई आपां ये सारियां चीज़ां सपोज कीतियां सी। क्लीयर है बेटा। चार्ज नूं आपां अपने चार्ज नूं 1 यूनिट बनाउणा सी, तां ही आपां सारियां चीज़ां सपोज कीतियां सी। इनू आपां एक वर्डिंग दे विच लिखना हुण कि चार्ज आ जिहड़ा 1 कदों होएगा, जदों दोनों चार्ज आपस इक्वल होण ते फोर्स इन्नी लगे, डिस्टेंस 1 मीटर होवे, तां अपने कोले जाके चार्ज 1 बनदा। इनू वर्डिंग दे विच लिखोगे किदां? 1 कूलम इज दैट चार्ज। हुण चार्ज किहदे इक्वल हो गया? 1 कूलम दे। One coulomb is that charge which repel or attract। आपां नूं नहीं पता कि repel कर रहे हैं कि attract कर रहे हैं। which repel or attract each other with the force। कितनी force ਲਈ ਆਪਾਂ 9 × 10 ਦੀ ਪਾਵਰ 9 and placed 1 meter from each other। ਤੇ ਇੱਕ ਦੂਜੇ ਤੋਂ 1 ਮੀਟਰ ਦੀ ਦੂਰੀ ਤੇ ਪਏ ਹੋਣ, ਉਸ ਕੇਸ ਦੇ ਵਿੱਚ ਕਿਊ ਦੀ ਵੈਲਿਊ ਤੁਹਾਡੇ ਕੋਲੇ 1 ਆਏਗੀ। ਇਹ ਡੈਫੀਨੇਸ਼ਨ ਲਿਖਣੀ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਡਿਫਾਈਨ ਯੂਨਿਟ ਅੱਜ ਕਿਹਾ ਸੀ। ਕਲੀਅਰ ਹੈ। ਇਹ ਟੌਪਿਕ ਸੀਗੇ ਤੁਹਾਡੇ ਦੋ, ਇਹਨੂੰ ਚੰਗੀ ਤਰ੍ਹਾਂ ਕਵਰ ਕਰੋ। ਨੈਕਸਟ ਆਪਾਂ 1.13 ਟੌਪਿਕ ਕਰਦੇ ਹਾਂ।